ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਵਿਚਕਾਰ ਹਜੇ ਵੀ ਗੱਲਬਾਤ ਦਾ ਕੋਈ ਦੌਰ ਤੁਰਦਾ ਨਜ਼ਰ ਨਹੀਂ ਆ ਰਿਹਾ। ਬੀਤੇ ਦਿਨੀ ਦੇਸ਼ ਦੇ ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਨਵਾਂ ਰੂਪ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਹੁਣ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਆਗੂ ਵੀ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਨਵੇਂ ਤਰੀਕੇ ਅਤੇ ਰਾਹ ਅਖਤਿਆਰ ਕਰ ਰਹੇ ਨੇ। ਹੁਣ ਕਿਸਾਨ ਅੰਦੋਲਨ ਦੇ ਤਹਿਤ ਕਿਸਾਨਾਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਬੀਤੇ ਦਿਨ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਇੱਕ ਵੈਬੀਨਾਰ ਕੀਤਾ ਜਾਵੇਗਾ, ਜਿਸ ਵੈਬੀਨਾਰ ਦੇ ਵਿੱਚ ਉਹ ਲਾਈਵ ਆ ਕੇ ਲੋਕਾਂ ਦੇ ਸਵਾਲ ਅਤੇ ਸਵਾਲਾਂ ਦੇ ਜਵਾਬ ਦੇਣਗੇ। ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਇਸ ਮੌਕੇ ਉੱਤੇ ਹਰ ਇੱਕ ਗੱਲਬਾਤ ਸਾਂਝੀ ਕੀਤੀ ਜਾਵੇਗੀ ਕਿ ਆਖਿਰਕਾਰ ਕਦੋਂ ਤੱਕ ਗੱਲਬਾਤ ਸਰਕਾਰ ਦੇ ਨਾਲ ਹੋ ਸਕਦੀ ਹੈ ਤੇ ਕਦੋਂ ਤੱਕ ਨਹੀਂ। ਆਪ ਜੀ ਤੱਕ ਇੱਕ ਖਬਰ ਅਪਡੇਟ ਪਹੁੰਚਾਉਣੀ ਬਹੁਤ ਜ਼ਰੂਰੀ ਸੀਗੀ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਭਰਮ ਫੈਲਾਇਆ ਜਾ ਰਿਹਾ ਹੈ ਕਿ ਕਿਸਾਨ ਦੱਸਣ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਕਦੇ ਕਿਹਾ ਜਾ ਰਿਹਾ ਹੈ ਕਿ ਅਸੀਂ ਸੋਧਾਂ ਕਰਨ ਲਈ ਤਿਆਰ ਹਾਂ, ਕਿਸਾਨ ਮੰਨਦੇ ਕਿਉਂ ਨਹੀਂ। ਕਦੇ ਕਿਹਾ ਜਾ ਰਿਹਾ ਹੈ ਕਿ ਅਸੀਂ 1.5 ਸਾਲ ਲਈ ਇਹਨੂੰ ਰੱਦ ਕਰਨ ਆਪਣਾ ਸਸਪੈਂਡ ਕਰਨ ਲਈ ਤਿਆਰ ਹਾਂ, ਕਿਸਾਨ ਮੰਨਦੇ ਕਿਉਂ ਨਹੀਂ। ਕਿਸਾਨਾਂ ਦਾ ਅੜੀਅਲ ਵਤੀਰਾ ਹੈ, ਕਿਸਾਨ ਅੜੀਅਲ ਵਤੀਰਾ ਕਰਕੇ ਬੈਠੇ ਨੇ। ਇਹ ਸਾਰੀਆਂ ਗੱਲਾਂ ਦੇ ਉੱਤੇ ਕੱਲ੍ਹ ਨੂੰ ਕਾਨੂੰਨਾਂ ਦੇ ਸੰਬੰਧ 'ਚ ਕਿਉਂ ਨਹੀਂ ਗੱਲ ਹੋ ਰਹੀ, ਕੀ ਕਾਰਨ ਹੈ, ਇਸ ਵਿਸ਼ੇ ਦੇ ਉੱਤੇ ਕੱਲ੍ਹ ਨੂੰ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਇੱਕ ਵੈਬੀਨਾਰ ਕਰਨ ਦਾ ਪ੍ਰੋਗਰਾਮ ਲਿਖਿਆ ਗਿਆ ਹੈ। 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ। ਇਹਨਾਂ 2022 ਦੀਆਂ ਚੋਣਾਂ ਤੋਂ ਬਾਅਦ ਹੀ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲੇਗਾ। ਹਾਲਾਂਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ, ਇਸ ਦਾ ਫੈਸਲਾ ਖੁਦ ਜਨਤਾ ਦੇ ਵੱਲੋਂ ਕੀਤਾ ਜਾਣਾ ਹੈ ਅਤੇ ਕੰਮਾਂ ਦੇ ਆਧਾਰ ਦੇ ਉੱਤੇ ਫੈਸਲੇ ਹੁੰਦੇ ਨੇ। ਸੋ ਹੁਣ ਪਾਰਟੀਆਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਮੁੱਖ ਮੰਤਰੀ ਦੇ ਉਮੀਦਵਾਰ ਐਲਾਨੇ ਜਾਣੇ ਨੇ ਅਤੇ ਆਪਣੇ ਪੱਧਰ ਦੇ ਉੱਤੇ ਉਹਨਾਂ ਚਿਹਰਿਆਂ ਦੇ ਉੱਤੇ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਪਾਰਟੀਆਂ ਨੇ ਲੜਨੀਆਂ ਨੇ। ਉਧਰ ਜੇਕਰ ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਹੋ ਚੁੱਕੀ ਹੈ। ਬੀਤੇ ਦਿਨਾਂ ਜਦੋਂ ਨਗਰ ਨਿਗਮ ਦਾ ਨਤੀਜਾ ਐਲਾਨਿਆ ਜਾਂਦਾ ਹੈ ਤਾਂ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸੁਨੀਲ ਜਾਖੜ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਅਗਲਾ ਚਿਹਰਾ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ, ਜਿਸ ਨੂੰ ਲੈ ਕੇ ਫਿਰ ਸਿਆਸਤ ਸ਼ੁਰੂ ਹੁੰਦੀ ਹੈ। ਕਈ ਬਾਗੀ ਸੁਰ ਕਾਂਗਰਸ ਦੇ ਵਿੱਚ ਉੱਠਦੇ ਨੇ, ਜਿਨ੍ਹਾਂ ਦੇ ਵਿੱਚੋਂ ਪ੍ਰਗਟ ਸਿੰਘ ਦਾ ਵੀ ਬਿਆਨ ਆਉਂਦਾ ਹੈ ਅਤੇ ਨਾਲ ਹੀ ਸ਼ਮਸ਼ੇਰ ਸਿੰਘ ਦੂਲੋਂ ਦਾ ਵੀ ਬਿਆਨ ਪਹਿਲਾਂ ਆ ਚੁੱਕਿਆ। ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਇਹ ਫੈਸਲਾ ਸੁਨੀਲ ਜਾਖੜ ਨਹੀਂ ਕਰਨਗੇ, ਇਹ ਫੈਸਲਾ ਪਾਰਟੀ ਹਾਈ ਕਮਾਨ ਕਰੇਗੀ। ਉਧਰ ਪ੍ਰਗਟ ਸਿੰਘ ਦੇ ਬਿਆਨ ਤੋਂ ਬਾਅਦ ਸੁਨੀਲ ਜਾਖੜ ਦਾ ਪ੍ਰਤੀਕਰਮ ਹੈ। ਜਾਖੜ ਦਾ ਕਹਿਣਾ ਹੈ ਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਪਾਰਟੀ ਹਾਈ ਕਮਾਨ ਫੈਸਲਾ ਕਰੇਗੀ, ਪਰ ਪਹਿਲਾਂ ਚੋਣਾਂ ਜਿੱਤੀਆਂ ਜਾਣ। ਚੋਣਾਂ ਜਿੱਤੇ ਜਾਣ ਤੋਂ ਬਾਅਦ ਮੰਤਰੀਆਂ ਅਤੇ ਮੁੱਖ ਮੰਤਰੀ ਦਾ ਫੈਸਲਾ ਵੀ ਕਰ ਲਿਆ ਜਾਵੇਗਾ। ਉਧਰ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਜਿੱਥੇ ਆਮ ਲੋਕ ਪ੍ਰਦਰਸ਼ਨ ਕਰ ਰਹੇ ਨੇ, ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤੇ ਜਾਂਦੇ ਨੇ। ਕਿਸਾਨੀ ਅੰਦੋਲਨ ਤੋਂ ਕੁਝ ਦਿਨ ਬਾਅਦ ਹੀ ਜੰਤਰ ਮੰਤਰ ਦੇ ਉੱਤੇ ਪੰਜਾਬ ਦੇ ਕਾਂਗਰਸੀ ਸੰਸਥਾ ਅਤੇ ਵਿਧਾਇਕਾਂ ਦੇ ਵੱਲੋਂ ਧਰਨਾ ਲਾਇਆ ਗਿਆ ਸੀ। ਇਸੇ ਧਰਨੇ ਦੇ ਦਰਮਿਆਨ ਹੀ ਹੁਣ ਪੰਜਾਬ ਦੇ ਸੰਸਥਾ ਅਤੇ ਵਿਧਾਇਕਾਂ ਦੇ ਵੱਲੋਂ ਸਿਲੰਡਰ ਖੜਕਾ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਮਹਿੰਗਾਈ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ। आज ये महंगाई इनको डार्लिंग लग रही है, क्योंकि सारा पैसा 200 से ऊपर वार प्राइस रेट बढ़ा चुके हैं। 200 से बार आप सोचिए, आम आदमी एक बार रेट बढ़ता तो देश हिल जाता था, लेकिन आज 200 बार रेट बढ़ गया। कोई इनको फर्क ही नहीं है आज। लेकिन सब भूल चुके हैं, ये सत्ता के नशे में कहीं ये 1000 करोड़ की मूर्ति बना रहे हैं, कहीं ये 2000 करोड़ का स्टेडियम बना रहे हैं, कहीं 1000 करोड़ की पार्लियामेंट बना रहे हैं। पैसे की कमी तो बताइए कहाँ है। पर लेकिन पैसा लूट के 12 लाख करोड़ रुपया अकेली पेट्रोल से इनकम हुई है इनकी। आप सोचिए भी इतना पैसा। अरे भाई, आप जो कोरोना में आप कह रहे हैं भी कोई कमाई नहीं हुई, जितनी कमाई होनी थी वो तो PM केयर फंड में हो गई है आपकी। जितना आपने पैसा कमाना था, कहाँ से नए दफ्तर बन गए बीजेपी के हर जगह। समझने की बात ये है। पर आम आदमी आज 12 से 15 किलोमीटर पैसे हैं जो उसके 1 किलोमीटर में 12 और 15 रुपया वो फेंक के जाता है सड़क पे। उसके बाद टोल टैक्स अलग लगा लो और खर्चे अलग लगा लो। ये सिलेंडर लगा, ये खाली पड़ा है, किसी गरीब को इसको रीफिल कराने की हिम्मत नहीं है। रीफिल नहीं करा पड़ रहा। एजेंसियों से पूछ लो जाके भी जितने रेट बढ़े हैं, अब कोई सिलेंडर हमसे भरवाने भी नहीं आ रहा।
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣਾਂ ਦੇ ਪ੍ਰਚਾਰ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਵਿਕਰਮ ਮਜੀਠੀਆ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਗਏ ਸੀ, ਜਿਨ੍ਹਾਂ ਇਲਜ਼ਾਮਾਂ ਤੋਂ ਬਾਅਦ ਵਿਕਰਮ ਮਜੀਠੀਆ ਦੇ ਵੱਲੋਂ ਕੋਰਟ ਦਾ ਰੁਖ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹਾਲਾਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸ ਕੇਸ ਦੇ ਵਿੱਚ ਮਾਫੀ ਮੰਗ ਲਈ ਗਈ ਸੀ ਅਤੇ ਉਸ ਤੋਂ ਬਾਅਦ ਹੁਣ ਸੰਜੇ ਸਿੰਘ ਅਤੇ ਵਿਕਰਮ ਮਜੀਠੀਆ ਦੇ ਵਿਚਕਾਰ ਲਗਾਤਾਰ ਰੇੜਕਾ ਬਰਕਰਾਰ ਹੈ ਤੇ ਅੱਜ ਵੀ ਲੁਧਿਆਣਾ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ, ਜਿਸ ਪੇਸ਼ੀ ਦੇ ਵਿੱਚ ਵਿਕਰਮ ਮਜੀਠੀਆ ਪਹੁੰਚੇ ਨੇ ਤੇ ਮਜੀਠੀਆ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਵੀ ਪਹੁੰਚੇ ਨੇ। ਇਸ ਦਰਮਿਆਨ ਵਿਕਰਮ ਮਜੀਠੀਆ ਨੇ ਸੰਜੇ ਸਿੰਘ ਨੂੰ ਲੈ ਕੇ ਟਿੱਪਣੀ ਕੀਤੀ ਹੈ ਤੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਕੇਸ ਦੇ ਵਿੱਚ ਕੀ ਕੁਝ ਬਣਿਆ ਇਸ ਦੇ ਉੱਤੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ। ਮੈਂ ਸੰਗਤ 'ਚ ਖਲੋ ਕੇ ਗੱਲ ਕਹੀ ਸੀ ਕਿ ਸੱਚ ਦੀ ਜਿੱਤ ਹੋਊ। ਤੁਸੀਂ ਹੈਰਾਨਗੀ ਹੈ ਕਿ ਮੈਂ ਇਹ ਕੇਸ ਜਿਹਦੇ 'ਚ ਸੰਜੇ ਸਿੰਘ ਮੁਜਰਮ ਨੇ, ਅਕਿਊਜ਼ਡ ਨੇ, ਉਹ ਬੜੀ ਰੌਲਾ ਤੁਹਾਡੇ ਅੱਗੇ ਪਾਉਂਦੇ ਸੀ ਵੱਡਾ ਬਾਹਰ ਨਿਕਲ ਕੇ, ਅੰਦਰ ਜਾ ਕੇ ਨਹੀਂ ਬਾਹਰ, ਕਿ ਮਜੀਠੀਏ ਨੇ ਇਹ ਕਰਤਾ, ਮਜੀਠੀਏ ਨੇ ਉਹ ਕਰਤਾ। ਤੇ ਮੈਂ ਇਹਨਾਂ ਨੂੰ ਇੱਕ ਵਾਰੀ ਬੋਲਿਆ, ਮੈਂ ਭਰਾਵਾ ਜੋ ਬਾਹਰ ਬੋਲਦਾ ਅੰਦਰ ਵੀ ਬੋਲ। 4 ਸਾਲ ਲੱਗ ਗਏ ਜੀ, ਅੱਜ 16 ਤੋਂ 21 ਆ ਗਈ, 5 ਸਾਲ ਬਲਕਿ 5 ਸਾਲਾਂ 'ਚ ਕੋਰਟ ਤੋਂ ਭੱਜ ਰਹੇ ਆ। ਕੇਜਰੀਵਾਲ ਨੂੰ ਪਰਦੇ ਪਾਤਾ, ਹੋਣਾ ਪੈਣਾ ਪੁੱਠਾ ਮਾਫੀ ਮੰਗਣੀ ਪਈ, ਇਹਨਾਂ ਦੇ ਸੱਜਣ ਨੂੰ ਮੰਗਣੀ ਪਈ। ਅੱਜ ਮੈਂ ਤੁਹਾਨੂੰ ਦੱਸਦਾ, ਸੱਚੇ ਪਾਤਸ਼ਾਹ ਤੋਂ ਡਰ ਕੇ, ਗੁਰੂ 'ਚ ਵਿਸ਼ਵਾਸ ਰੱਖਦਿਆਂ ਗੱਲ ਕਹਿਣਾ, ਡਰ ਕੇ ਕਹਿਣਾ ਕਿ ਜਿੱਤ ਸੱਚਾਈ ਦੀ ਹੋਊਗੀ। ਇਹ ਅੰਦਰ ਜਾਊਗਾ, ਇਹ ਬਚ ਨਹੀਂ ਸਕਦਾ ਜੇ ਗਲਤ ਗੱਲਾਂ ਕਰੂਗਾ। ਕਿਸੇ ਦੇ ਖਿਲਾਫ, ਕਿਸੇ ਦੀ ਇੱਜ਼ਤ ਦੇ ਖਿਲਾਫ ਡੈਫੇਮੇਟਰੀ, ਡੈਰੋਗੇਟਰੀ ਗੱਲਾਂ ਕਰਨੀਆਂ, ਔਰ ਫਿਰ ਜੇ ਤੁਹਾਡੀ ਲੱਤਾਂ 'ਚ ਜਾਨ ਹੈ, ਹਿੰਮਤ ਹੈ, ਅੰਦਰ ਆ ਕੇ ਵੀ ਕਰੋ ਨਾ। ਬਾਹਰ ਤੁਹਾਡੇ ਸਾਹਮਣੇ ਕਰਨੀ ਦਾ ਕੋਈ ਮਤਲਬ ਨਹੀਂ, ਅੰਦਰ ਆ ਕੇ ਭੱਜ ਜਾਂਦੇ। ਅੱਜ ਲਾਸਟ ਮੌਕਾ ਸੀ ਕ੍ਰਾਸ ਐਗਜ਼ਾਮੀਨੇਸ਼ਨ ਕਰਨ ਦਾ। ਇਹਨਾਂ ਨੇ ਅੱਜ ਫਿਰ ਕੋਈ ਨਾ ਕੋਈ ਬਹਾਨਾ ਲੱਭਿਆ ਟੂ ਡਿਰੇਲ ਦਾ ਕੇਸ, ਔਰ ਉਹ ਅੱਜ ਜੱਜ ਸਾਹਿਬ ਨਹੀਂ ਮੰਨੇ। ਇੱਕ ਫੋਟੋਕਾਪੀ ਪੁੱਟ ਕੀਤੀ ਜਿਹਦੀ ਐਵੀਡੈਂਸ਼ਰੀ ਵੈਲਿਊ ਕੁਝ ਵੀ ਨਹੀਂ, ਔਰ ਉਹ ਉਹਨਾਂ ਦਾ ਜਿਹੜਾ ਡਾਕੂਮੈਂਟ ਸੀ ਉਹ ਪੁੱਟ ਨਹੀਂ ਕਰਨ ਦਿੱਤਾ ਗਿਆ, ਔਰ ਉਹਨਾਂ ਨੂੰ ਲਿਬਰਟੀ ਦਿੱਤੀ ਗਈ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਡਿਫੈਂਸ 'ਚ ਲਿਆਇਓ। ਸੋ ਦ ਕੋਰਟ ਵਾਸ ਰੀਅਲੀ ਫੇਅਰ। ਉਹਨਾਂ ਨੇ ਕਿਹਾ ਜੀ ਸਾਨੂੰ ਇੱਕ ਹਫ਼ਤਾ ਦੇ ਦਿਓ, ਚੈਲੰਜ ਕਰਨਾ। 3 ਮੌਕੇ ਦਿੱਤੇ, 3 ਵਾਰ ਅੱਜ ਕੋਰਟ ਦਾ ਆਰਡਰ ਆਇਆ ਕਿ ਮੈਂ ਤੁਹਾਨੂੰ ਵਾਰਨ ਕਰ ਰਿਹਾ ਕਿ ਤੁਹਾਡੀ ਕ੍ਰਾਸ ਐਗਜ਼ਾਮੀਨੇਸ਼ਨ ਨਿਲ ਹੋ ਜਾਏਗੀ। ਜੋ ਕੁਝ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਫਿਰ ਲਿਖਿਆ ਔਰ ਕਾਨੂੰਨ 'ਚ ਉੱਚ ਦਾਇਰ ਕਰਾਇਆ, ਉਹ ਐਵੀਡੈਂਸ ਪੜ੍ਹਿਆ ਜਾਏਗਾ, ਤੁਹਾਨੂੰ ਕ੍ਰਾਸ ਐਗਜ਼ਾਮੀਨੇਸ਼ਨ ਮੌਕਾ ਨਹੀਂ ਮਿਲੇਗਾ। ਉਹਨਾਂ ਨੇ ਖੁਦ ਅੱਜ ਕਿਹਾ ਕਿ ਸਾਡੀ ਕ੍ਰਾਸ ਐਗਜ਼ਾਮੀਨੇਸ਼ਨ ਨਿਲ ਕਰ ਦਿਓ, ਸਾਨੂੰ ਜੋ ਕੁਝ ਪੁੱਛਣਾ ਸੀ ਨਹੀਂ ਪੁੱਛਣਾ। ਇਹਦਾ ਮਤਲਬ ਇਹ ਕਿ ਜੋ ਕੁਝ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਅੱਜ ਕੋਰਟ 'ਚ ਕਿਹਾ ਉਹ ਉਹਨਾਂ ਨੇ ਅੱਜ ਖੁਦ ਉਹਨੂੰ ਸੱਚ ਮੰਨ ਲਿਆ। ਉਧਰ ਵਿਕਰਮ ਮਜੀਠੀਆ ਦੇ ਬਿਆਨ ਦੇ ਉੱਤੇ ਸੰਜੇ ਸਿੰਘ ਨੇ ਵੀ प्रतिक्रम ਦਿੱਤਾ। देखिए, मैं ये कहना चाहता हूँ कि विक्रम मजीठिया कोई अदालत नहीं है। वो अपने आप को न्यायालय समझ रहे हैं क्या? ये इस न्यायालय का अपमान है जहाँ पे मुकदमा चल रहा है। अगर वो मुझे कह रहे हैं कि वो मुझे जेल भेजेंगे, जेल भेजने, रिहा करने और इस केस में जीत होगी कि हार होगी ये न्यायालय तय करेगा, ये विक्रम मजीठिया थोड़ी तय करेंगे। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਉਹਨਾਂ ਦੀ ਸਟੇਟਮੈਂਟ ਹੈਗੀ ਆ ਤੇ ਉਹ ਅਸੀਂ ਕੋਰਟ ਦੇ ਅੱਗੇ ਪੇਸ਼ ਕਰਨੀ ਹੈਗੀ ਆ। ਤੇ ਬਾਕੀ ਕੀ ਕਹਿੰਦੇ ਆ, ਹਿੰਦੁਸਤਾਨ ਦੇ ਵਿੱਚ ਦੇਰ ਆਰ ਮੈਨੀ ਟੀਅਰਸ ਆਫ ਦਿਸ ਥਿੰਗ। ਜੇ ਸਾਡਾ ਕਦੀ ਵੀ ਕੈਨ ਆਲਵੇਜ਼ ਗੋ ਟੂ ਦੀ ਹਾਈ ਕੋਰਟ, ਬਟ ਡੈਫੀਨਿਟਲੀ ਜਿਹੜਾ ਡਾਕੂਮੈਂਟ ਹੈਗਾ ਸਾਡੇ ਕੋਲ, ਉਹ ਵੀ ਹੈਵ ਅ ਡਾਕੂਮੈਂਟ ਇਨ ਹੈਂਡ ਐਂਡ ਵੀ ਹੈਵ ਟੂ ਪ੍ਰੋਡਿਊਸ ਦੈਟ। ਕਾਫੀ ਕ੍ਰਾਸ ਐਗਜ਼ਾਮੀਨੇਸ਼ਨ ਹੋ ਚੁੱਕਾ ਹੈ। ਇੱਕ ਪੁਆਇੰਟ ਹੈਗਾ, ਉਹ ਵੀ ਅਸੀਂ ਡਾਕੂਮੈਂਟ ਪੇਸ਼ ਕਰਨਾ ਹੈ। ਉਹ ਅਸੀਂ ਡਾਕੂਮੈਂਟ ਡੈਫੀਨਿਟਲੀ ਮੈਨੂੰ ਪੂਰੀ ਉਮੀਦ ਆ, ਮੈਨੂੰ ਪੂਰੀ, ਉਹ ਦੇਖੋ ਡਾਕੂਮੈਂਟ ਹੈਗਾ, ਹੁਣ ਕੋਰਟ ਦਾ ਡਾਕੂਮੈਂਟ ਹੈਗਾ। ਜਿਹੜਾ ਕੋਰਟ ਦਾ ਡਾਕੂਮੈਂਟ ਹੁੰਦਾ ਹੈ ਉਹ ਭਾਵੇਂ ਫੋਟੋਕਾਪੀ ਹੋਵੇ, ਅਸੀਂ ਓਰੀਜਨਲ ਰਿਕਾਰਡ ਜਿਹੜੇ ਹੈਗੇ ਉਹ ਸਮਨ ਕਰਨੇ ਹੈਗੇ ਆ। ਤੇ ਉਹ ਕੀ ਕਹਿੰਦੇ, ਵੀ ਹੈਵ ਅ ਡਾਕੂਮੈਂਟ ਐਂਡ ਵੀ ਆਰ ਓਨਲੀ ਫਾਈਟਿੰਗ, ਮੇਰੀ ਗੱਲ ਸੁਣੋ, ਵੀ ਆਰ ਓਨਲੀ ਫਾਈਟਿੰਗ ਦਿਸ ਕੇਸ ਔਨ ਡਾਕੂਮੈਂਟ। ਜਿਹੜਾ ਡਾਕੂਮੈਂਟ ਹੁੰਦਾ ਹੈ ਉਹ ਡਾਕੂਮੈਂਟ ਹੁੰਦਾ, ਕੋਰਟ ਦਾ ਡਾਕੂਮੈਂਟ ਹੁੰਦਾ ਹੈ। ਜੇ ਕਿਸੇ ਨੇ ਕੋਈ ਬਿਆਨ ਕਿਤੇ ਦਿੱਤਾ ਹੈਗਾ ਕੋਰਟ ਦੇ ਅੱਗੇ, ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅੱਗੇ, ਦੈਟ ਇਜ਼ ਅ ਮੈਟਰ ਆਫ ਰਿਕਾਰਡ। ਪੰਜਾਬ ਨਗਰ ਨਿਗਮ ਦੀਆਂ ਚੋਣਾਂ ਦੇ ਦਰਮਿਆਨ ਵਧੀਆ ਨਤੀਜੇ ਪ੍ਰਾਪਤ ਕਰਨ ਤੋਂ ਬਾਅਦ ਅਕਾਲੀ ਦਲ ਹੁਣ ਸਰਗਰਮ ਦਿੱਲੀ ਦੇ ਵਿੱਚ ਨਜ਼ਰ ਆ ਰਿਹਾ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੇ। ਕੁਝ ਸਮੇਂ ਬਾਅਦ ਉਹਨਾਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਇੱਕ ਵਾਰ ਫਿਰ ਤੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਆਪਣੀ ਪਾਰਟੀ ਦਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਅਤੇ ਲਗਾਤਾਰ ਉਹਨਾਂ ਦੇ ਵੱਲੋਂ ਵੀ ਪ੍ਰਚਾਰ ਹੁਣ ਦਿੱਲੀ ਦੇ ਵਿੱਚ ਤੇਜ਼ ਕਰ ਦਿੱਤਾ ਗਿਆ। ਇਸ ਦੇ ਉੱਤੇ ਖਾਸ ਤੌਰ ਤੇ ਉੱਤੇ ਗੱਲਬਾਤ ਕੀਤੀ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ। ਕੀ ਕੁਝ ਕਹਿ ਰਹੇ ਨੇ ਉਹ ਸੁਣਦੇ ਹਾਂ। ਦੇਖੋ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੋਣ ਆ ਰਹੀ ਆ। ਸ਼੍ਰੋਮਣੀ ਅਕਾਲੀ ਦਲ ਕੁਦਰਤੀ ਤੌਰ ਤੇ
ਇਹਦੀ ਤਿਆਰੀ 'ਚ ਹੈ। ਪਹਿਲਾਂ ਵੀ ਮਤਲਬ ਸ਼੍ਰੋਮਣੀ ਅਕਾਲੀ ਦਲ ਨੇ ਸੇਵਾ ਸੰਭਾਲੀ ਹੋਈ ਆ, ਔਰ ਸ਼੍ਰੋਮਣੀ ਅਕਾਲੀ ਦਲ ਦੀ ਕੋਸ਼ਿਸ਼ ਹੈ ਤੇ ਰਹੇਗੀ ਕਿ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਸੱਜੇ ਹੱਥਾਂ ਵਿੱਚ ਹੋਵੇ, ਔਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੀ ਆਸਥਾ ਹੈ ਗੁਰੂ ਨਾਨਕ ਨਾਮ ਲੇਵਾ ਦੀ, ਉਹ ਵੱਧਦੀ ਰਹੇ ਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਤੇ ਆਮ ਲੋਕਾਂ ਦੀ ਸੇਵਾ ਭਾਵਨਾ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਜਾਵੇ। ਪਿਛਲੇ ਸਮੇਂ ਦੇ ਵਿੱਚ ਸਿੱਖ ਸਮਾਜ ਦੀ ਜਿਹੜੀ ਚਰਚਾ ਹੋਈ ਆ, ਭਾਵੇਂ ਕਰੋਨਾ ਦੇ ਸਮੇਂ ਸੇਵਾ ਕਰਕੇ ਜਾਂ ਹੋਰ ਕਿਸੇ ਕਿਸਮ ਦੀ ਆਫਤ ਜਦੋਂ ਆਈ ਤਾਂ ਸਿੱਖ ਸਮਾਜ ਨੇ ਲੰਗਰ ਵਰਤਾ ਕੇ, ਦਵਾਈਆਂ ਦੇ ਕੇ ਤੇ ਰਹਿਣ ਬਸੇਰੇ ਕਰਕੇ, ਔਰ ਈਵਨ ਕਿਸਾਨ ਸੰਘਰਸ਼ ਦੇ ਵਿੱਚ ਵੀ ਮਤਲਬ ਅਹਿਮ ਯੋਗਦਾਨ ਪਾ ਕੇ ਇੱਕ ਆਪਣੀ ਵਿਸ਼ੇਸ਼ ਥਾਂ ਸੇਵਾ ਕਰਨ ਦੀ ਜਿਹੜੀ ਹੈ ਉਹ ਕਾਇਮ ਰੱਖੀ ਆ। ਹਰਿਆਣੇ ਦੇ ਸਾਬਕਾ ਕਾਂਗਰਸੀ ਆਗੂ ਅਸ਼ੋਕ ਤੰਵਰ ਦੇ ਵੱਲੋਂ ਵੱਡਾ ਝਟਕਾ ਹੁਣ ਕਾਂਗਰਸ ਨੂੰ ਦੇ ਦਿੱਤਾ ਗਿਆ ਹੈ। ਕਾਂਗਰਸ ਦੇ ਨਾਲ ਕਦੇ ਹਾਈ ਕਮਾਂਡ ਦੇ ਵਿੱਚ ਵੱਡਾ ਸਰੋਕਾਰ ਰੱਖਣ ਵਾਲੇ ਅਸ਼ੋਕ ਤੰਵਰ ਨੇ ਹੁਣ ਕਾਂਗਰਸ ਨੂੰ ਝਟਕਾ ਦਿੰਦਿਆਂ ਇੱਕ ਨਵਾਂ ਫਰੰਟ ਖੜਾ ਕਰ ਦਿੱਤਾ ਹੈ ਹਰਿਆਣੇ ਦੇ ਵਿੱਚ, ਜਿਸ ਦਾ ਨਾਮ ਆਪਣਾ ਭਾਰਤੀ ਮੋਰਚਾ ਰੱਖਿਆ ਗਿਆ। ਇਸ ਮੋਰਚੇ ਦੇ ਤਹਿਤ ਉਹਨਾਂ ਨੇ ਕਿਹਾ ਹੈ ਕਿ ਅਸੀਂ ਵੱਖਰੇ ਤੌਰ ਦੇ ਉੱਤੇ ਸਿਆਸਤ ਦੇ ਵਿੱਚ ਨਵੀਂ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਹਾਂ। देखिए भाई साहब, ये पार्टी नहीं है, ये सोशो पॉलिटिकल प्लेटफॉर्म है इस देश को बचाने के लिए, और अपना भारत मोर्चा के माध्यम से सभी हमारे साथी इसमें शामिल हुए हैं अलग अलग फील्ड से, और मैं सबका धन्यवाद करता हूँ। जिस तरीके से किसान, गरीब, मजदूर, कर्मचारी, नौजवान, हमारी बहनें, हमारे जो भी इस मुल्क में आज सच्चाई और अच्छाई की लड़ाई, न्याय की लड़ाई लड़ने का काम करता है, चाहे वो मीडिया हो चाहे दूसरे साथी हो, जिस तरीके उनके ऊपर जाती है और कोई सुनवाई नहीं है, विपक्ष गूंगा हो चुका है, सरकार बहरी हो चुकी है, उसके खिलाफ ये एक मोर्चा है। और आने वाले समय में पूरे देश में लाइक माइंडेड जो भी साथी होंगे उनको जोड़ करके ये मोर्चा पूरे देश में घूमेगा। मकसद तो सीधा है कि इस देश के पोटेंशियल को पूरी तरीके से हार्नेस हो, अपना भारत बनाना भी है, बचाना भी है और आगे बढ़ाना भी है, यही इसका उद्देश्य है। देखिए, हमारा जो मकसद है कि जो क्षेत्र जहां में हमारी आवाज़ नहीं सुनी जा रही है, आज जैसे अशोक जी ने कहा है, विपक्ष आज कुछ नहीं बोल रहा है और सरकार बात नहीं सुन रही है, तो वहाँ में एक तीसरा आवाज़ आना चाहिए। मैं नॉर्थ ईस्ट से आता हूँ और हमें लगता है कि हमारा आवाज़ आज दिल्ली तक नहीं पहुँच रहा है, और दिल्ली का जो राय हमारे ऊपर है, जैसे कि नॉर्थ ईस्ट से है, तो वहाँ में भी ठीक तरीके से नहीं पहुँचा जा रहा है। इसी के लिए एक संवाद होना चाहिए और एक ऐसा मोर्चा जहाँ में हमारी ओपिनियंस अलग हो सकते हैं, जहाँ में हमारे प्रॉब्लम समस्या अलग हो सकते हैं, लेकिन तभी भी हम एक आवाज़ में अपनी आवाज़ जहाँ से भी हो, साउथ से हो, ईस्ट से हो, नॉर्थ ईस्ट से हो, नॉर्थ से हो, हम दिल्ली तक ठीक तरीके से पहुँचाए, सब हमारे हिंदुस्तान के भाई बहनों को तरफ से ठीक तरीके से पहुँचाए। ਉਧਰ ਅੰਮ੍ਰਿਤਸਰ ਦੇ ਪਾਸਪੋਰਟ ਆਫਿਸ ਦੇ ਵਿੱਚ ਪਹੁੰਚੇ ਭਾਜਪਾ ਆਗੂ ਸ਼ਵੇਤ ਮਲਿਕ ਦੇ ਵੱਲੋਂ ਖਾਸ ਤੌਰ ਤੇ ਉੱਤੇ ਖੇਤੀ ਕਾਨੂੰਨਾਂ ਦੇ ਇੱਕ ਵਾਰ ਫਿਰ ਤੋਂ ਫਾਇਦੇ ਗਿਣਾਏ ਗਏ ਨੇ। ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ। ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਰਹੀ ਹੈ। ਇਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਸੀਗੇ ਨਰਿੰਦਰ ਮੋਦੀ ਜੀ, ਜਿਨ੍ਹਾਂ ਨੇ ਕਿਸਾਨਾਂ ਦੇ ਲਈ ਮਿਨੀਮਮ ਸਪੋਰਟ ਪ੍ਰਾਈਸ 70 ਸਾਲ ਤੋਂ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸੀਗੀ ਉਹ ਪੈਂਡਿੰਗ ਕਰਕੇ ਕਾਂਗਰਸ ਦੀ ਗਵਰਨਮੈਂਟ ਬੈਠੀ ਸੀ 1.5 ਗੁਣਾ ਤੋਂ 2 ਗੁਣਾ ਤੱਕ ਫਸਲ ਦੀ ਪ੍ਰਾਈਸ ਕੀਤੀ। ਇਹ ਭਾਰਤੀ ਮੋਗਾ ਜੀ ਇੱਧਰ ਸੁਣੋ ਹੁਣ, ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀਗੀ ਜਿਨਨੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਪੈਨਸ਼ਨ ਦਿੱਤੀ ਹੈ। ਇੱਕ ਕਿਸ਼ਤ ਜਿਹੜੀ ਤਿਮਾਹੀ ਹੈ ਨਾ ਉਹ 18000 ਕਰੋੜ ਰੁਪਇਆ ਪੈਂਦੀ ਹੈ। 18000 ਕਰੋੜ ਰੁਪਏ ਤਿਮਾਹੀ ਕਿਸ਼ਤ, 4 ਮਹੀਨੇ ਬਾਅਦ 18000 ਕਰੋੜ ਰੁਪਏ ਦਿੱਤੇ ਹੈ। ਅੱਜ ਉਹ ਯੂਰੀਆ ਅੱਜ ਲਾਈਨਾਂ ਦੇ ਵਿੱਚ ਜਿਹੜੇ ਵਿਕਰੇਤਾ ਨੇ ਉਹ ਵੇਚਣ ਲਈ ਬੈਠੇ ਹੋਏ ਨੇ। ਅੱਜ ਕਿਸਾਨ ਦੇ ਘਰ ਵਿੱਚ ਹਰ ਘਰ ਹੀ ਸਿਲੰਡਰ ਆਇਆ ਹੈ। ਅੱਜ ਕਿਸਾਨ ਦੀ ਹਰ ਘਰ ਦੇ ਵਿੱਚ ਬਿਜਲੀ ਦਿੱਤੀ ਗਈ ਹੈ। ਅੱਜ ਕਿਸਾਨ ਦੇ ਹਰ ਘਰ ਨੂੰ ਸੜਕ ਨਾਲ ਜੋੜਿਆ ਗਿਆ ਹੈ। ਅੱਜ ਕਿਸਾਨ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਹਰ ਤਰ੍ਹਾਂ ਦੀ ਉਹਦੀ ਲਈ ਟੈਕਨੋਲੋਜੀ ਐਡਵਾਂਸਮੈਂਟ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਸਮਰਿੱਧ ਹੋਏ। ਉਧਰ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਸ਼ਵੇਤ ਮਲਿਕ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਵਿਰੋਧ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਨਾਅਰੇ ਲਾਏ ਗਏ ਅਤੇ ਭਾਜਪਾ ਨੂੰ ਲੈ ਕੇ ਵੀ ਨਾਅਰੇਬਾਜ਼ੀ ਹੋਈ ਹੈ। ਇਸ ਦਰਮਿਆਨ ਪੁਲਿਸ ਦੇ ਵੱਲੋਂ ਇਹਨਾਂ ਕਿਸਾਨ ਆਗੂਆਂ ਨੂੰ ਰੋਕਣ ਦੀ ਵੀ ਕੋਸ਼ਿਸ਼ ਰਹੀ ਹੈ।
ਬਿਲਕੁਲ ਜੀ, ਅਸੀਂ ਕਾਲੇ ਕਾਨੂੰਨ ਜਿੰਨਾ ਚਿਰ ਰੱਦ ਨਹੀਂ ਹੁੰਦੇ, ਸਾਨੂੰ ਪਤਾ ਲੱਗਾ ਵੀ ਪਾਸਪੋਰਟ ਦਫ਼ਤਰ ਦੇ ਵਿੱਚ ਉਦਘਾਟਨਕਾਰ ਆ ਰਿਹਾ ਤੇ ਅਸੀਂ ਇਹਦਾ ਸ਼ਾਂਤਮਈ ਪੀਸਫੁਲੀ ਵਿਰੋਧ ਕਰਨ ਆਏ ਆ ਤੇ ਵਿਰੋਧ ਕਰਦੇ ਰਵਾਂਗੇ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਜੀ। ਇਹਨਾਂ ਨੂੰ ਸਾਰਾ ਪਤਾ ਵੀ ਕਿਸਾਨ ਜਿਹੜੇ ਆ ਉਹ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦਾ ਅੰਦੋਲਨ ਬਣ ਗਿਆ। ਇਹ ਹਾਸੋ ਵਾਲੀਆਂ ਗੱਲਾਂ ਨਾ ਕਰ। ਸਾਡੀ ਬੀਜੇਪੀ ਵਾਲਿਆਂ ਨੂੰ ਬੇਨਤੀ ਆ ਵੀ ਤੁਸੀਂ ਪੰਜਾਬ ਦਾ ਖਾਂਦੇ ਜੋ, ਪੰਜਾਬ ਦਾ ਪਹਿਨਦੇ, ਪੰਜਾਬ 'ਚ ਰਹਿੰਦੇ ਜੋ ਤੇ ਪੰਜਾਬ ਨਾਲ ਖੜੋ। ਤੁਹਾਨੂੰ ਪੰਜਾਬ ਵਾਸੀਆਂ ਨੇ ਅਹੁਦੇ ਦਿੱਤੇ ਆ, ਨਹੀਂ ਤੇ ਜੇ ਕੱਲ ਨੂੰ ਨਾ ਅਹੁਦੇ ਦਿੱਤੇ 22 ਦੇ ਵਿੱਚ ਤੇ ਤੁਸੀਂ ਸਾਡੇ ਵਰਗੇ ਹੋਗੇ ਤੇ ਤੁਹਾਡਾ ਵੀ ਇਹੋ ਹਾਲਤ ਹੋਊਗਾ। ਅੱਜ ਜੀ ਸਾਨੂੰ ਇੱਥੇ ਪਾਸਪੋਰਟ ਦਫ਼ਤਰ ਆਏ ਸੀ ਉਦਘਾਟਨ ਕਰਨ ਵਾਸਤੇ ਕੋਈ, ਤੇ ਅਸੀਂ ਉਹਨਾਂ ਦਾ ਵਿਰੋਧ ਕਰਨ ਵਾਸਤੇ ਇੱਥੇ ਪਹੁੰਚੇ ਆ। ਇਹ ਕਾਲੇ ਕਾਨੂੰਨ 3 ਲਿਆਂਦੇ ਆ, ਜਿੰਨਾ ਚਿਰ ਕਿਸਾਨਾਂ ਦੇ ਕਾਲੇ ਕਾਨੂੰਨ 3 ਜਿਹੜੇ ਰੱਦ ਨਹੀਂ ਹੁੰਦੇ, ਇਹਨਾਂ ਦਾ ਜਿੱਥੇ ਵੀ ਉਦਘਾਟਨ ਕਰਦੇ ਆ ਜਾਂ ਕੋਈ ਵੀ ਕਾਰੋਬਾਰ ਸ਼ੁਰੂ ਕਰਦੇ ਅਸੀਂ ਉੱਥੇ ਜਾ ਕੇ ਇਹਨਾਂ ਦਾ ਵਿਰੋਧ ਕਰਾਂਗੇ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।